students, the topic we are going to discuss today is fear. Fear मतलब डर। आम भाषा ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਡਰ ਜਾਂ fear। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿੰਦੇ ਆ I am afraid of, ਮੈਨੂੰ ਡਰ ਲੱਗਦਾ ਹੈ, ਠੀਕ ਹੈ ਨਾ, I am scared of। ਬਹੁਤ ਸਾਰੇ ਅਲੱਗ-ਅਲੱਗ ਸ਼ਬਦ ਹਨ, ਪਰ fear ਅਸਲ ਵਿੱਚ ਕੀ ਹੈ, ਡਰ ਅਸਲ ਵਿੱਚ ਕੀ ਹੈ? ਇਹ ਇੱਕ ਫੀਲਿੰਗ ਹੈ, ਇੱਕ ਨੈਗੇਟਿਵ ਫੀਲਿੰਗ, ਜਿਸ ਦੇ ਵਿੱਚ ਕਿ ਅਸੀਂ ਇੱਕ ਟ੍ਰਿਗਰਿੰਗ ਇਫੈਕਟ ਲੈਂਦੇ ਆ, ਇੱਕ ਪਰਸੈਪਸ਼ਨ ਲੈਂਦੇ ਆ ਆਫ ਡੇਂਜਰ। ਜਿੱਥੇ ਅਸੀਂ ਕਿਤੇ ਪਰਸੀਵ ਕਰਦੇ ਆ ਡੇਂਜਰ, ਕੋਈ ਖਤਰਾ ਸਾਨੂੰ ਨਜ਼ਰ ਆਉਂਦਾ ਹੈ, ਤਾਂ ਉਸ ਸਮੇਂ ਜੋ ਭਾਵਨਾ ਸਾਡੇ ਮਨ ਵਿੱਚ ਆਉਂਦੀ ਹੈ ਉਸ ਨੂੰ ਅਸੀਂ ਫੀਅਰ ਕਹਿੰਦੇ ਹਾਂ ਜਾਂ ਡਰ ਕਹਿੰਦੇ ਹਾਂ। ਮੈਨੂੰ ਇੱਕ ਬਹੁਤ ਪੁਰਾਣੀ ਗੱਲ ਯਾਦ ਹੈ ਕਿ ਬਜ਼ੁਰਗ ਕਹਿੰਦੇ ਸੀ ਡਰ ਜਿਹੜਾ ਹੈ ਉਹ ਮਨ ਵਿੱਚ ਹੁੰਦਾ ਹੈ। ਉਹ ਕੋਈ ਸਾਈਕੋਲੋਜੀ ਨਹੀਂ ਸੀ, ਇੱਕ ਸਿੰਪਲ ਭਾਸ਼ਾ ਸੀ, ਇੱਕ ਸਿੰਪਲ ਆਸਾਨੀ ਨਾਲ ਲਏ ਗਏ ਚਾਰ ਸ਼ਬਦ ਕਿ ਡਰ ਮਨ ਵਿੱਚ ਹੁੰਦਾ ਹੈ। ਸਾਈਕੋਲੋਜੀ ਵੀ ਇਹੀ ਕਹਿੰਦੀ ਹੈ ਕਿ ਇਟ ਇਜ਼ ਇਨ ਯੂਰ ਮਾਈਂਡ, ਦ ਵੇ ਯੂ ਪਰਸੀਵ ਥਿੰਗਸ। ਦੇਖੋ ਇੱਕ ਸਿੰਪਲ ਜਿਹੀ ਐਗਜ਼ਾਮਪਲ ਹੈ, ਇੱਕ ਰੱਸੀ ਪਈ ਹੈ, ਸਾਨੂੰ ਪਤਾ ਹੈ ਕਿ ਰੱਸੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ, ਪਰ ਜਦੋਂ ਅਸੀਂ ਉਸ ਰੱਸੀ ਨੂੰ ਸੱਪ ਪਰਸੀਵ ਕਰਦੇ ਹਾਂ ਤਾਂ ਸਾਨੂੰ ਡਰ ਲੱਗਦਾ ਹੈ ਨਾ। ਰੱਸੀ ਨੂੰ ਸੱਪ ਸਮਝ ਕੇ ਡਰ ਜਾਣਾ ਇੱਕ ਆਮ ਹੋਣ ਵਾਲਾ ਵਰਤਾਰਾ ਹੈ। ਇਸ ਦਾ ਮਤਲਬ ਡਰ ਕਿੱਥੇ ਹੈ? ਸਾਡੇ ਦਿਮਾਗ ਦੇ ਵਿੱਚ, ਸਾਡੀ ਪਰਸੈਪਸ਼ਨ ਦੇ ਵਿੱਚ, ਸਾਡੇ ਦੇਖਣ ਦੇ ਵਿੱਚ। ਅਸਲ ਵਿੱਚ ਡਰ ਆਪਣੇ ਆਪ ਵਿੱਚ ਕੁਝ ਨਹੀਂ ਹੈ। ਡਰ ਇੱਕ ਫੀਲਿੰਗ ਹੈ, ਇੱਕ ਪਰਸੈਪਸ਼ਨ ਹੈ ਆਫ ਅ ਡੇਂਜਰ, ਆਫ ਸਮ ਥ੍ਰੈਟਫੁਲ ਸਿਚੁਏਸ਼ਨ, ਜਾਂ ਕੋਈ ਇਹੋ ਜਿਹੀ ਚੀਜ਼ ਜਿੱਥੇ ਸਾਡੀ ਹੋਂਦ ਨੂੰ ਖਤਰਾ ਮਹਿਸੂਸ ਹੋਵੇ। ਡਰ ਬਹੁਤ ਕਿਸਮ ਦਾ ਹੁੰਦਾ ਹੈ। ਕਿਸੇ ਨੂੰ ਗਵਾ ਦੇਣ ਦਾ ਡਰ, ਬਦਲ ਜਾਣ ਦਾ ਡਰ, ਜਗ੍ਹਾ ਦੇ ਬਦਲ ਜਾਣ ਦਾ ਡਰ, ਠੀਕ ਹੈ। ਲਾਈਫ ਦੇ ਵਿੱਚ ਕੁਝ ਨਵਾਂ ਕਰਨ ਲੱਗੇ ਡਰ ਕਿ ਇਹ ਸਹੀ ਹੋਏਗਾ ਜਾਂ ਨਹੀਂ। ਲੋਕਾਂ ਦਾ ਡਰ, ਲੋਕ ਕੀ ਕਹਿਣਗੇ ਇਸ ਗੱਲ ਦਾ ਡਰ। ਜੇ ਮੈਂ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਨਾ ਹੋਇਆ ਤਾਂ ਮੇਰਾ ਮਜ਼ਾਕ ਉਡਾਇਆ ਜਾਏਗਾ, ਇਸ ਗੱਲ ਦਾ ਡਰ। ਡਰ ਬਹੁਤ ਸਾਰੇ ਹਨ। ਇੱਕ ਟਾਈਪ ਆਉਂਦੀ ਹੈ ਜਿੱਥੇ ਅਸੀਂ ਡਰ ਨੂੰ ਐਜ਼ ਫੋਬੀਆ ਲੈਂਦੇ ਹਾਂ, ਜਿੱਥੇ ਕਿ ਮਨੁੱਖ ਨੂੰ ਇੱਕ ਅਣਸੁਖਾਵਾਂ ਡਰ ਹੁੰਦਾ ਹੈ ਕਿਸੇ ਸਿਚੁਏਸ਼ਨ ਦੇ ਵਿੱਚ। ਕਿਸੇ ਉੱਚੀ ਜਗ੍ਹਾ ਤੋਂ ਡਰਨਾ, ਕਿਸੇ ਤੰਗ ਜਗ੍ਹਾ ਤੋਂ ਡਰਨਾ, ਕਿਸੇ ਡੂੰਘੀ ਜਗ੍ਹਾ ਤੋਂ ਡਰਨਾ, ਠੀਕ ਹੈ ਨਾ। ਅਲੱਗ-ਅਲੱਗ ਤਰ੍ਹਾਂ ਦੇ ਡਰ ਹਨ, ਪਰ ਅੱਜ ਇਸ ਟੌਪਿਕ ਦੇ ਵਿੱਚ ਅਸੀਂ ਬੇਸਿਕ ਡਰ ਨੂੰ ਲਵਾਂਗੇ ਜਿਹੜੇ ਕਿ ਆਪਾਂ ਪਹਿਲਾਂ ਡਿਸਕਸ ਕੀਤੇ ਹਨ। ਕਿਸੇ ਨੂੰ ਗਵਾ ਦੇਣ ਦਾ ਡਰ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੇ ਯਤਨ ਵਿੱਚ ਨਾਕਾਮਯਾਬ ਹੋਣ ਦਾ ਡਰ, fear of being unsuccessful, ਕਿਸੇ ਅਜਿਹੀ ਘਟਨਾ ਦਾ ਡਰ ਜੋ ਸਾਡੀ ਹੋਂਦ ਨੂੰ ਖਤਰਾ ਹੋਏ, ਕਿਸੇ ਅਜਿਹੇ ਜਾਨਵਰ ਦਾ ਡਰ ਜਿਸ ਤੋਂ ਸਾਨੂੰ ਲੱਗੇ ਕਿ ਇਹ ਸਾਡੀ ਜਾਨ ਨੂੰ ਕੋਈ ਖਤਰਾ ਪਹੁੰਚਾ ਸਕਦਾ ਹੈ। ਸਾਨੂੰ ਪੱਕਾ ਨਹੀਂ ਪਤਾ ਹੁੰਦਾ ਕਿ ਇਹ ਹੋਏਗਾ, ਬਟ ਅਸੀਂ ਪਰਸੀਵ ਕਰਦੇ ਹਾਂ ਉਸ ਡਰ ਨੂੰ। ਸੱਪ ਨੂੰ ਦੇਖ ਕੇ ਡਰ ਜਾਣਾ, ਕੁੱਤੇ ਨੂੰ ਦੇਖ ਕੇ ਡਰ ਜਾਣਾ, ਛੋਟੇ ਛੋਟੇ ਡਰ ਜ਼ਿੰਦਗੀ ਦੇ ਵਿੱਚ। ਮੈਂ ਉਹਨਾਂ ਡਰਾਂ ਦੀ ਗੱਲ ਕਰਨਾ ਚਾਹਾਂਗੀ ਜਿਹੜੇ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਫੇਸ ਕਰਦੇ ਹਾਂ। ਆਪਾਂ ਅਕਸਰ ਬਹੁਤ ਸਾਰੀਆਂ ਚੀਜ਼ਾਂ ਤੋਂ ਡਰ ਜਾਂਦੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਡਰ ਜਾਂਦੇ ਹਾਂ। ਜਿਵੇਂ ਕਿ ਅਸੀਂ ਸੋਚਦੇ ਹਾਂ ਸਾਡਾ ਸਕੂਲ ਬਦਲਿਆ ਜਾਂਦਾ ਹੈ, ਸਾਡੇ ਪਿਤਾ ਜੀ ਦਾ ਤਬਾਦਲਾ ਹੋ ਜਾਂਦਾ ਹੈ, ਟ੍ਰਾਂਸਫਰ ਹੋ ਜਾਂਦੀ ਹੈ, ਐਂਡ ਵੀ ਹੈਵ ਟੂ ਗੋ ਫਰਮ ਵਨ ਪਲੇਸ ਟੂ ਦ ਅਦਰ ਪਲੇਸ, ਐਂਡ ਵੀ ਆਰ ਸਕੈਰਡ ਹਾਊ ਟੂ ਫੇਸ ਦ ਚੈਲੰਜਸ ਇਨ ਦ ਨਿਊ ਸਕੂਲ। ਨਵੇਂ ਸਕੂਲ ਦੇ ਵਿੱਚ ਨਵੇਂ ਬੱਚੇ, ਨਵੇਂ ਟੀਚਰ। ਪੁਰਾਣੇ ਸਕੂਲ 'ਚ ਸਾਰੇ ਸਾਨੂੰ ਜਾਣਦੇ ਆ, ਸਾਡੀ ਇੱਕ ਜਾਣ ਪਛਾਣ ਬਣੀ ਹੋਈ ਹੈ, ਸਾਡੇ ਫਰੈਂਡ ਸਰਕਲ ਹੈ ਨਾ। ਕੋਈ ਦੋਸਤ ਗੁੱਸੇ ਹੋ ਜਾਏ ਤਾਂ ਉਹਦੇ ਗਵਾ ਦੇਣ ਦਾ ਡਰ, ਇਹ ਵੀ ਬਹੁਤ ਵੱਡਾ ਡਰ ਹੈ ਇੱਕ ਉਮਰ ਦੇ ਵਿੱਚ, ਜਿੱਥੇ ਅਸੀਂ ਅਕਸਰ ਇਸ ਚੀਜ਼ 'ਚ ਡਰਦੇ ਰਹਿੰਦੇ ਹਾਂ ਕਿ ਮੇਰਾ ਦੋਸਤ ਮੇਰੇ ਨਾਲ ਗੁੱਸੇ ਨਾ ਹੋ ਜਾਏ। ਕਿਸੇ ਪਿਆਰੇ ਦੇ ਦੁਨੀਆ 'ਚੋਂ ਚਲੇ ਜਾਣ ਤੋਂ ਬਾਅਦ ਇਕੱਲੇ ਜੀਣ ਦਾ ਡਰ। ਕੁਝ ਬੱਚੇ ਕਈ ਮੰਦਭਾਗੀਆਂ ਘਟਨਾਵਾਂ ਵਿੱਚ ਆਪਣੇ ਮਾਂ-ਬਾਪ ਨੂੰ ਗਵਾ ਬੈਠਦੇ ਹਨ। ਇੱਕ ਡਰ ਕਿ ਹੁਣ ਜ਼ਿੰਦਗੀ ਅਸੀਂ ਕਿਵੇਂ ਜੀਵਾਂਗੇ। ਗਰੀਬੀ ਦਾ ਡਰ, ਅਗਲੇ ਪਲ ਖਾਣਾ ਮਿਲੇਗਾ ਨਹੀਂ ਮਿਲੇਗਾ, ਅਗਲੇ ਡੰਗ ਦਾ ਖਾਣਾ ਮਿਲਣਾ ਹੈ ਜਾਂ ਨਹੀਂ, ਕੋਈ ਸੁਵਿਧਾ ਮਿਲਣੀ ਹੈ ਜਾਂ ਨਹੀਂ। ਛੋਟਾ ਜਿਹਾ ਡਰ,
ਸਕੂਲ ਦਾ ਕੰਮ ਨਹੀਂ ਕੀਤਾ। ਡਰ ਬਿਲਕੁਲ ਹੁੰਦਾ ਹੈ। ਡਰ ਅਕਸਰ ਦੇਖਿਆ ਗਿਆ ਹੈ ਕਿ ਜਿਹੜੇ ਛੋਟੇ ਬੱਚੇ ਹਨ ਉਹਨਾਂ ਦੇ ਵਿੱਚ ਇਹ ਪਾਇਆ ਜਾਂਦਾ ਹੈ ਕਿ ਜੇ ਉਹਨਾਂ ਨੇ ਸਕੂਲ ਦਾ ਕੰਮ ਨਹੀਂ ਕੀਤਾ ਤਾਂ ਇਹ ਨਹੀਂ ਹੈ ਕਿ ਉਹਨਾਂ ਨੂੰ ਡਰ ਨਹੀਂ ਹੁੰਦਾ, ਉਹਨਾਂ ਨੂੰ ਡਰ ਹੁੰਦਾ ਹੈ, ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ। ਤੇ ਉਹਨੂੰ ਉਹ ਕਿਵੇਂ ਐਕਸਪ੍ਰੈਸ ਕਰਦੇ ਨੇ? ਸਵੇਰੇ ਉਹ ਬੱਚਾ ਉੱਠ ਕੇ ਮੰਮਾ ਨੂੰ ਕਹੇਗਾ ਕਿ ਅੱਜ ਮੇਰੇ ਪੇਟ 'ਚ ਦਰਦ ਹੈ, ਮੈਂ ਸਕੂਲ ਨਹੀਂ ਜਾਣਾ। ਤੇ ਅਕਸਰ ਮਾਵਾਂ ਇਸ ਗੱਲ ਨੂੰ ਬਖੂਬੀ ਸਮਝ ਜਾਂਦੀਆਂ ਨੇ ਕਿ ਇਹਨੇ ਸਕੂਲ ਦਾ ਕੰਮ ਪੂਰਾ ਨਹੀਂ ਕੀਤਾ। ਇੱਕ ਹੁੰਦੀ ਹੈ ਨਾ ਫੀਲਿੰਗ, ਬਟਰਫਲਾਈਜ਼ ਇਨ ਸਟਮਕ, ਜਦੋਂ ਅਜੀਬ ਜਿਹਾ ਕੁਝ ਹੁੰਦਾ ਹੈ ਪੇਪਰ ਤੋਂ ਪਹਿਲਾਂ, ਉਹ ਵੀ ਇੱਕ ਡਰ ਹੈ। ਸੋ ਡਰ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਔਰ ਡਰ ਦੀ ਇੰਟੈਂਸਿਟੀ, ਕਿ ਤੁਹਾਨੂੰ ਡਰ ਕਿੰਨਾ ਮਹਿਸੂਸ ਹੋ ਰਿਹਾ ਹੈ, ਇਹ ਡਿਪੈਂਡ ਕਰਦੀ ਹੈ ਤੁਹਾਡੇ ਸ਼ਖਸੀਅਤ ਤੇ। ਤੁਸੀਂ ਕਿੰਨੇ ਬੁਲੰਦ ਸ਼ਖਸੀਅਤ ਦੇ ਮਾਲਕ ਹੋ, ਤੁਹਾਡੇ ਅੰਦਰ ਕਿੰਨੀ ਕੁ ਦਲੇਰੀ ਹੈ, ਕਿੰਨੀ ਕੁ ਹਿੰਮਤ ਹੈ, ਤੁਸੀਂ ਕਿੰਨਾ ਕੁ ਸਿਚੁਏਸ਼ਨ ਦਾ ਸਾਹਮਣਾ ਕਰਨ ਦੀ ਕਾਮਯਾਬੀ ਰੱਖਦੇ ਹੋ, ਕਿਸ ਹੱਦ ਤੱਕ ਤੁਸੀਂ ਸਿਚੁਏਸ਼ਨਸ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹੋ। ਬੇਟੇ ਇਸ ਦੇ ਵਿੱਚ ਬਹੁਤ ਸਾਰੇ ਫੈਕਟਰਸ ਹਨ। ਸਭ ਤੋਂ ਪਹਿਲਾ ਫੈਕਟਰ ਹੈ ਤੁਹਾਡੇ ਘਰ ਦਾ ਮਾਹੌਲ। ਜੇ ਘਰ ਦੇ ਵਿੱਚ ਬੱਚੇ ਨੂੰ ਹਰ ਵੇਲੇ ਡਰਾਇਆ ਧਮਕਾਇਆ ਜਾਂਦਾ ਹੈ ਤਾਂ ਉਸ ਦੀ ਸ਼ਖਸੀਅਤ ਕਦੀ ਵੀ ਡਿਵੈਲਪ ਨਹੀਂ ਹੋ ਪਾਉਂਦੀ, ਉਹ ਕਦੀ ਵੀ ਨਿਡਰ ਨਹੀਂ ਹੋ ਸਕਦਾ। ਨਿਡਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਤੋਂ ਨਾ ਡਰਨਾ, ਗਲਤ ਗੱਲ ਲਈ ਡਰਨਾ ਜਾਇਜ਼ ਹੈ, ਪਰ ਬਿਨਾਂ ਵਜ੍ਹਾ ਤੋਂ ਡਰਨਾ ਜਾਇਜ਼ ਨਹੀਂ। ਸਾਨੂੰ ਉਸ ਗੱਲ ਤੇ ਜ਼ਰੂਰ ਡਰਨਾ ਚਾਹੀਦਾ ਹੈ ਜਿੱਥੇ ਅਸੀਂ ਕੋਈ ਗਲਤੀ ਕੀਤੀ ਹੈ ਜਾਂ ਜਿੱਥੇ ਅਸੀਂ ਕੋਈ ਅਜਿਹਾ ਕੰਮ ਕਰ ਦਿੱਤਾ ਹੈ ਜਿਹੜਾ ਕਿ ਸਹੀ ਨਹੀਂ ਹੈ, ਜਿਹੜਾ ਕਿ ਉਚਿਤ ਨਹੀਂ ਹੈ, ਉੱਥੇ ਡਰ ਜਾਣਾ ਉਚਿਤ ਹੈ। ਪਰ ਇਹੋ ਜਿਹੀ ਜਗ੍ਹਾ ਤੇ ਡਰਨਾ ਜਿੱਥੇ ਅਸੀਂ ਸਹੀ ਹਾਂ, ਆਪਣੀ ਸਹੀ ਗੱਲ ਨੂੰ ਸਾਹਮਣੇ ਰੱਖਦੇ ਹੋਏ ਵੀ ਡਰਨਾ, ਇਹ ਉਚਿਤ ਨਹੀਂ ਹੈ। ਡਰ ਇੱਕ ਬੇਸਿਕ ਭਾਵਨਾ ਹੈ। ਡਰ ਜ਼ਿੰਦਗੀ ਦਾ ਇੱਕ ਬੇਸਿਕ ਇਮੋਸ਼ਨ ਹੈ। ਸਾਨੂੰ ਪੇਪਰਾਂ ਦੇ ਵਿੱਚ ਪਾਸ ਨਾ ਹੋਣ ਦਾ ਹੀ ਬੜਾ ਡਰ ਹੁੰਦਾ ਹੈ, ਕਿਉਂਕਿ ਕਈ ਵਾਰ ਸਾਡੀਆਂ ਆਪਣੇ ਤੋਂ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਹਰ ਬੱਚਾ ਆਪਣੇ ਮਾਨਸਿਕ ਪੱਧਰ ਨੂੰ ਨਹੀਂ ਸਮਝਦਾ ਤੇ ਕਈ ਵਾਰ ਪੇਰੈਂਟਸ ਦੀ ਐਕਸਪੈਕਟੇਸ਼ਨ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਸਾਡਾ ਬੱਚਾ ਬਹੁਤ ਐਕਸੈਲ ਕਰੇ, ਅਬਵ 90%, ਬਿਕੋਜ਼ ਮੈਨੂੰ ਲੱਗਦਾ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ ਤਾਂ ਸਿਰਫ ਪਰਸੈਂਟੇਜ ਹੀ ਕਾਊਂਟ ਹੁੰਦੀ ਹੈ ਜਾਂ ਪਰਸੈਂਟਾਈਲ ਹੀ ਕਾਊਂਟ ਹੁੰਦਾ ਹੈ। ਬੱਚੇ ਦੀਆਂ ਬਾਕੀ ਕਾਬਲੀਅਤਾਂ ਵੱਲ ਧਿਆਨ ਦਿੱਤਾ ਹੀ ਨਹੀਂ ਜਾਂਦਾ। ਸ਼ਾਇਦ ਇਸੇ ਕਰਕੇ ਵਿਭਾਗ ਨੇ ਇਹ ਮਹਿਸੂਸ ਕੀਤਾ ਕਿ ਇੱਕ ਅਜਿਹਾ ਵਿਸ਼ਾ ਲਾਗੂ ਕੀਤਾ ਜਾਏ ਜਿਹੜਾ ਬੱਚਿਆਂ ਦੇ ਡਰ ਨੂੰ ਦੂਰ ਕਰੇ, ਜਿਹੜਾ ਬੱਚਿਆਂ ਨੂੰ ਆਪਣੇ ਆਪ ਨੂੰ ਪਛਾਣਨ ਦੇ ਵਿੱਚ ਮਦਦ ਕਰੇ। ਇਸ ਟੌਪਿਕ ਨੂੰ ਡਿਸਕਸ ਕਰਨ ਦਾ ਮਤਲਬ ਵੀ ਇਹੀ ਹੈ, ਇਹਦਾ ਮੇਨ ਮੰਤਵ ਵੀ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਝ ਸਕੋ ਤੇ ਹਰ ਉਸ ਡਰ ਤੋਂ ਨਿਜਾਤ ਪਾ ਸਕੋ ਜਿਹੜਾ ਕਿ ਤੁਹਾਡੇ ਲਈ ਜ਼ਰੂਰੀ ਨਹੀਂ ਹੈ, ਜਿਹੜਾ ਕਿ ਤੁਹਾਡੇ ਲਈ ਉਚਿਤ ਨਹੀਂ ਹੈ, ਜਿਸ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਅਸੀਂ ਨਜਾਇਜ਼ ਹੀ ਡਰੀ ਜਾਂਦੇ ਹਾਂ। ਡਰੋ, ਜ਼ਰੂਰ ਡਰੋ, ਪਰ ਉਸ ਚੀਜ਼ ਤੋਂ ਜਿਸ ਚੀਜ਼ ਤੋਂ ਡਰਨ ਦੀ ਲੋੜ ਹੈ। ਜਿਸ ਚੀਜ਼ ਤੋਂ ਡਰਨ ਦੀ ਕੋਈ ਲੋੜ ਹੀ ਨਹੀਂ ਹੈ, ਉੱਥੇ ਕਿਉਂ ਡਰਨਾ? ਔਰ ਬਹੁਤ ਵਾਰੀ ਕੀ ਹੁੰਦਾ ਹੈ, ਡਰ ਸਾਡੀ ਪਰਫਾਰਮੈਂਸ ਨੂੰ ਹੈਂਪਰ ਕਰਦਾ ਹੈ। ਸਾਡੀ ਜਿਹੜੀ ਪਰਫਾਰਮੈਂਸ ਹੁੰਦੀ ਹੈ, ਸਾਡੀ ਕਾਰਗੁਜ਼ਾਰੀ ਹੁੰਦੀ ਹੈ, ਉਸ ਤੇ ਅਸਰ ਪਾਉਂਦਾ ਹੈ। ਕਿਉਂਕਿ ਬੱਚੇ ਕੋਈ ਵੀ ਕੰਮ ਜਦੋਂ ਅਸੀਂ ਸ਼ੁਰੂ ਕਰਦੇ ਹਾਂ, ਜੇ ਅਸੀਂ ਪਹਿਲਾਂ ਹੀ ਮਨ ਦੇ ਵਿੱਚ ਡਰ ਲੈ ਕੇ ਕਰਾਂਗੇ ਤਾਂ ਉਹ ਕੰਮ ਕਦੀ ਅਸੀਂ ਆਪਣਾ 100% ਦੇ ਕੇ ਨਹੀਂ ਕਰ ਪਾਵਾਂਗੇ, ਕਿਉਂਕਿ ਡਰ ਤਾਂ ਪਹਿਲਾਂ ਹੀ ਮਨ ਦੇ ਵਿੱਚ ਆ ਗਿਆ। ਅਸੀਂ ਕਰਨਾ ਕੀ ਹੈ, ਆਪਣਾ 100% ਦੇਣਾ ਹੈ, ਬਿਨਾਂ ਡਰੇ ਕੰਮ ਕਰਨਾ ਹੈ, ਨਿਡਰਤਾ ਨਾਲ ਕੰਮ ਕਰਨਾ ਹੈ, ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਕੰਮ ਕਰਨਾ ਹੈ। ਇਹ ਬਹੁਤ ਜ਼ਰੂਰੀ ਹੈ ਡਰ ਤੋਂ ਛੁਟਕਾਰਾ ਪਾਉਣ ਲਈ ਕਿ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਵੇ। ਇੱਕ ਬੜਾ ਮਸ਼ਹੂਰ ਡਾਇਲੌਗ ਹੈ ਫਿਲਮ ਦਾ, डर गया समझो मर गया। बिल्कुल सच है। जिस काम ਨੂੰ ਤੁਸੀਂ ਸ਼ੁਰੂ ਹੀ ਡਰ ਨਾਲ ਕਰਦੇ ਹੋ, ਜਿਸ ਕੰਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਮਨ ਵਿੱਚ ਇਹ ਡਰ ਹੈ ਕਿ ਇਹ ਕੰਮ ਮੇਰੇ ਤੋਂ ਹੋਏਗਾ ਕਿ ਨਹੀਂ ਹੋਏਗਾ, ਤੁਹਾਡੇ ਮਨ ਦੇ ਉੱਤੇ ਡਰ ਹਾਵੀ ਹੋ ਗਿਆ। ਹੁਣ ਤੁਸੀਂ ਆਪਣਾ 100% ਉਸ ਕੰਮ ਨੂੰ ਨਹੀਂ ਦੇ ਸਕਦੇ। ਕਿਤੇ ਨਾ ਕਿਤੇ ਐਟ ਦ ਬੈਕ ਆਫ ਯੂਰ ਮਾਈਂਡ ਤੁਹਾਡੇ ਮਨ ਦੇ ਵਿੱਚ ਇੱਕ ਫੀਅਰ ਹੈ ਕਿ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਪਰ ਜੇ ਤੁਸੀਂ ਕੌਨਫੀਡੈਂਸ ਦੇ ਨਾਲ ਇਹ ਕੰਮ ਕਰਦੇ ਹੋ ਕਿ ਇਹ ਕੰਮ ਹੋਏਗਾ ਔਰ ਮੈਂ ਇਹ ਕੰਮ ਕਿਉਂ ਨਹੀਂ ਕਰ ਸਕਦਾ, ਤਾਂ ਮਤਲਬ ਹੀ ਨਹੀਂ ਹੈ ਕਿ ਤੁਸੀਂ ਕਦੀ ਨਾਕਾਮਯਾਬ ਹੋ ਜਾਓ। ਸੋ ਡਰ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਚੀਜ਼ ਦਾ ਕਰਦਾ ਹੈ? ਡਰ ਤੁਹਾਡੇ ਕੌਨਫੀਡੈਂਸ ਨੂੰ ਮਾਰ ਦਿੰਦਾ ਹੈ, ਤੁਹਾਡੇ ਅੰਦਰ ਦੇ ਸਵੈ ਵਿਸ਼ਵਾਸ ਨੂੰ, ਤੁਹਾਡੇ ਆਤਮ ਵਿਸ਼ਵਾਸ ਨੂੰ, ਤੁਹਾਡੇ ਆਪਣੇ ਆਪ ਉੱਤੇ ਭਰੋਸੇ ਨੂੰ ਡਰ ਖਤਮ ਕਰ ਦਿੰਦਾ ਹੈ।
ਡਰ ਤੁਹਾਡੇ ਮਨ ਦੀ ਇੱਕ ਭਾਵਨਾ ਹੈ। ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਣਾ ਹੈ। ਬਹੁਤ ਸਾਰੇ ਬੱਚੇ ਕਹਿੰਦੇ ਨੇ ਸਾਨੂੰ ਮੈਥਸ ਨਹੀਂ ਆਉਂਦਾ, ਸਾਨੂੰ ਸਮਝ ਨਹੀਂ ਆਉਂਦਾ। ਕੁਝ ਨਹੀਂ ਹੈ। ਟੀਚਰ ਅਕਸਰ ਕਹਿੰਦੇ ਨੇ ਕੁਝ ਨਹੀਂ ਹੈ ਬੇਟਾ, ਤੁਹਾਡੇ ਮਨ ਦੇ ਵਿੱਚ ਇੱਕ ਹਊਆ ਹੈ। ਹਊਆ ਕੀ ਹੈ? ਡਰ। ਠੀਕ ਹੈ ਨਾ। ਆਪਾਂ ਪਹਿਲਾਂ ਹੀ ਸੋਚ ਲੈਂਦੇ ਆ ਕਿ ਇਹ ਬਹੁਤ ਮੁਸ਼ਕਿਲ ਹੈ, ਇਹ ਮੇਰੇ ਤੋਂ ਨਹੀਂ ਹੋਣਾ, ਮੈਂ ਇਹ ਨਹੀਂ ਕਰ ਸਕਦਾ, ਤਾਂ 100% ਸ਼ੋਰ ਤੁਸੀਂ ਉਹ ਕਰ ਹੀ ਨਹੀਂ ਸਕੋਗੇ। ਪਰ ਜਦੋਂ ਤੁਸੀਂ ਇਹ ਸੋਚ ਰਹੇ ਹੋ ਕਿ ਇਦਾਂ ਕਿੱਦਾਂ ਨਹੀਂ ਹੋਏਗਾ, ਜੇ ਮੇਰੇ ਫਰੈਂਡ ਤੋਂ ਹੋ ਸਕਦਾ ਹੈ ਤਾਂ ਵਾਈ ਨਾਟ ਮੀ, ਇਫ ਹੀ ਕੈਨ ਡੂ ਇਟ ਵਾਈ ਨਾਟ ਮੀ, ਆਈ ਵਿਲ ਮੇਕ ਇਟ। ਇਹ ਚੀਜ਼ ਤੁਹਾਨੂੰ ਕਾਮਯਾਬ ਬਣਾਉਂਦੀ ਹੈ। ਡਰ ਤੇ ਕੌਨਫੀਡੈਂਸ ਦੋਨੋਂ ਆਪੋਜ਼ਿਟਸ ਨੇ। ਜਿੱਥੇ ਕੌਨਫੀਡੈਂਸ ਆਏਗਾ ਉੱਥੇ ਡਰ ਕਦੀ ਨਹੀਂ ਰਹੇਗਾ। ਆਪਾਂ ਪਹਿਲਾਂ ਗੱਲ ਕੀਤੀ ਹੈ ਅਲੱਗ-ਅਲੱਗ ਤਰ੍ਹਾਂ ਦੇ ਡਰ ਦੀ। ਬਹੁਤ ਕਿਸਮ ਦੇ ਡਰ ਹੁੰਦੇ ਹਨ। ਦੇਖੋ ਬੱਚੇ, ਜ਼ਿੰਦਗੀ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜੋ ਸਾਡੀ ਸ਼ਖਸੀਅਤ ਨੂੰ ਕਿਤੇ ਦਬਾ ਦਿੰਦੀਆਂ ਹਨ। ਕਈ ਵਾਰ ਬਚਪਨ ਦੇ ਵਿੱਚ ਘਰ ਦੇ ਮਾਹੌਲ ਹੀ ਅਜਿਹੇ ਹੁੰਦੇ ਹਨ, ਕੋਈ ਪੇਰੈਂਟਸ ਦਾ ਮੈਰਿਟਲ ਡਿਸਕੋਰਡ ਹੁੰਦਾ ਹੈ, ਕੁਝ ਪ੍ਰੋਬਲਮਸ ਹੁੰਦੀਆਂ ਹਨ, ਜਾਂ ਸਿੰਗਲ ਪੈਰੈਂਟ ਫੈਮਿਲੀ ਹੁੰਦੀ ਹੈ, ਠੀਕ ਹੈ ਨਾ, ਜਾਂ ਤੁਸੀਂ ਮਮਾ ਨਾਲ ਰਹਿ ਰਹੇ ਹੋ ਜਾਂ ਪਾਪਾ ਨਾਲ ਰਹਿ ਰਹੇ ਹੋ। ਤੁਹਾਡੇ ਮਨ ਦੇ ਵਿੱਚ ਇੱਕ ਡਰ ਹੈ, ਠੀਕ ਹੈ। ਔਰ ਜਿਵੇਂ ਅੱਜ ਕੱਲ੍ਹ ਸਮਾਜ ਸਾਡਾ ਚੱਲ ਰਿਹਾ ਹੈ, ਉਸ ਵਿੱਚ ਤਾਂ ਬਹੁਤ ਤਰ੍ਹਾਂ ਦੇ ਡਰ ਸਾਡੇ ਮਨ ਵਿੱਚ ਬਿਠਾਏ ਜਾਂਦੇ ਹਨ। ਅਕਸਰ ਇਹ ਕਿਹਾ ਜਾਂਦਾ ਹੈ, ਸਾਡੇ ਬਜ਼ੁਰਗ ਇੱਕ ਜਨਰਲ ਜੀ ਗੱਲ ਕਹਿ ਦਿੰਦੇ ਨੇ ਕਿ ਜ਼ਮਾਨਾ ਬਹੁਤ ਮਾੜਾ ਹੈ, ਤੇ ਸਾਡੇ ਮਨ ਦੇ ਵਿੱਚ ਇੱਕ ਡਰ ਨੂੰ ਬਿਠਾ ਦਿੰਦੇ ਹਨ। ਸਾਈਕੋਲੋਜੀ ਤਾਂ ਇਹ ਕਹਿੰਦੀ ਹੈ ਕਿ ਛੋਟੇ ਬੱਚੇ ਨੂੰ ਕਦੀ ਵੀ ਡਰਾਉਣਾ ਨਹੀਂ ਚਾਹੀਦਾ। ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮਾਊ ਆਏਗਾ ਤੈਨੂੰ ਖਾ ਜਾਏਗਾ, ਸ਼ੇਰ ਤੈਨੂੰ ਚੱਕ ਕੇ ਲੈ ਜਾਏਗਾ। ਇਹ ਚੀਜ਼ਾਂ ਸਾਡੇ ਮਨ ਦੇ ਅੰਦਰ ਡਰ ਬਿਠਾਉਂਦੀਆਂ ਨੇ, ਤੇ ਬੈਠਦੇ ਬੈਠਦੇ ਉਹ ਡਰ ਇੰਨਾ ਗਹਿਰਾ ਬੈਠ ਜਾਂਦਾ ਹੈ ਕਿ ਉਸਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਦੇਖੋ, ਆਪਾਂ ਇੱਕ ਸਟੋਰੀ ਪੜ੍ਹਦੇ ਹਾਂ ਪੇਮੀ ਦੇ ਨਿਆਣੇ, ਪੰਜਾਬੀ ਦੇ ਵਿੱਚ ਤੁਸੀਂ ਪੜ੍ਹੀ ਹੈ। ਉਸ ਦੇ ਵਿੱਚ ਕੀ ਹੈ, ਉਹ ਬੱਚੇ ਪਹਿਲਾਂ ਉਸ ਡੌਗੀ ਤੋਂ ਡਰਦੇ ਨੇ, ਤੇ ਫਿਰ ਉਹ ਕਹਿੰਦੇ ਆ ਕਿ ਅਸੀਂ ਕਵਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ। ਹੁਣ ਇਹ ਕੀ ਹੈ? ਦਿਸ ਇਜ਼ ਕੌਨਫੀਡੈਂਸ, ਸੈਲਫ ਕੌਨਫੀਡੈਂਸ ਹੈ ਉਹਨਾਂ ਦਾ, ਤੇ ਉਹ ਆਰਾਮ ਨਾਲ ਉਸ ਜਗ੍ਹਾ ਤੋਂ ਨਿਕਲ ਜਾਂਦੇ ਨੇ। ਲੋੜ ਕੀ ਹੈ ਸਾਨੂੰ? ਆਪਣੇ ਡਰ ਤੋਂ ਉੱਪਰ ਉੱਠਣ ਦੀ। ਪਰ ਇਹ ਕਿਵੇਂ ਸੰਭਵ ਹੈ? ਇਹ ਇੰਨਾ ਆਸਾਨ ਨਹੀਂ ਹੈ ਜਿੰਨਾ ਕਹਿਣ ਵਿੱਚ ਲੱਗਦਾ ਹੈ। ਮੈਂ ਵੀ ਇਸ ਗੱਲ ਨੂੰ ਸਮਝਦੀ ਹਾਂ ਕਿ ਮੇਰੇ ਸਿਰਫ ਕਹਿ ਦੇਣ ਨਾਲ ਤੁਹਾਡਾ ਉਸ ਡਰ ਵਿੱਚੋਂ ਨਿਕਲਣਾ ਮੁਸ਼ਕਿਲ ਹੈ। ਇਸ ਲਈ ਟੀਚਰਸ ਨੂੰ, ਪੇਰੈਂਟਸ ਨੂੰ, ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਇੱਕ ਭੈ ਮੁਕਤ ਵਾਤਾਵਰਣ ਦੇ ਵਿੱਚ ਰਹਿਣ ਲਈ। ਕਲਾਸ ਦੇ ਵਿੱਚ ਬੱਚੇ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਕਿ ਬੱਚਾ ਜੋ ਵੀ ਸਵਾਲ ਉਸਦੇ ਮਨ ਵਿੱਚ ਆਉਂਦਾ ਹੈ, ਬਿਕੋਜ਼ ਬੱਚਾ ਹੈ, ਕਿਉਰਿਓਸਿਟੀ ਤਾਂ ਹੋਏਗੀ ਹੀ, ਔਰ ਜ਼ਰੂਰੀ ਨਹੀਂ ਹੈ ਕਿ ਉਹ ਸਹੀ ਸਵਾਲ ਹੀ ਪੁੱਛੇਗਾ, ਉਹ ਗਲਤ ਵੀ ਪੁੱਛ ਸਕਦਾ ਹੈ। ਬਟ ਬੱਚੇ ਦੇ ਅੰਦਰ ਇੰਨਾ ਕੌਨਫੀਡੈਂਸ ਅਸੀਂ ਡਿਵੈਲਪ ਕਰਨਾ ਹੈ ਕਿ ਜੋ ਵੀ ਉਹਦੇ ਮਨ ਦੇ ਵਿੱਚ ਆ ਰਿਹਾ ਹੈ ਉਹ ਸਾਨੂੰ ਪੁੱਛੇ, ਬੇਹਿਚਕ ਪੁੱਛੇ। ਕਿਉਂਕਿ ਸਕੂਲ ਹੀ ਇੱਕ ਅਜਿਹੀ ਜਗ੍ਹਾ ਹੈ ਜਿਸ ਨੇ ਤੁਹਾਨੂੰ ਇੱਕ ਵਧੀਆ ਮਨੁੱਖ ਬਣਾ ਕੇ ਬਾਹਰ ਭੇਜਣਾ ਹੈ। ਸਕੂਲ ਦੀ ਬਿਲਡਿੰਗ ਚੋਂ ਬਾਹਰ ਨਿਕਲਣ ਤੱਕ ਤੁਹਾਡੇ ਅੰਦਰ ਬਹੁਤ ਸਾਰੀਆਂ ਚੇਂਜਸ ਆ ਜਾਂਦੀਆਂ ਹਨ। ਸਕੂਲ ਦੀ ਬਿਲਡਿੰਗ ਚੋਂ ਨਿਕਲਣ ਤੋਂ ਮੇਰਾ ਮਤਲਬ ਇਹ ਨਹੀਂ ਕਿ ਸਵੇਰੇ ਸਕੂਲ ਆਏ ਤੇ ਸ਼ਾਮ ਨੂੰ ਚਲੇ ਗਏ। ਨੋ, once you join the school in your preparatory classes, pre-primary, and once you go out of the school after 12th, ਇਹਨਾਂ 10-12 ਸਾਲ ਦੇ ਵਕਫੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਸਿੱਖਦੇ ਹਾਂ। ਔਰ ਮੈਂ ਇਹ ਕਹਿੰਦੀ ਹਾਂ ਕਿ ਜੇ ਅਧਿਆਪਕ ਬੱਚੇ ਦੇ ਮਨ ਚੋਂ ਡਰ ਕੱਢ ਦਿੰਦਾ ਹੈ ਤਾਂ ਉਹ ਬੱਚਾ ਜ਼ਿੰਦਗੀ 'ਚ ਕਦੀ ਮਾਰ ਨਹੀਂ ਖਾ ਸਕਦਾ। ਕਾਬਲੀਅਤ ਸਭ ਦੀ ਹੁੰਦੀ ਹੈ, ਸਿਰਫ ਉਹਨੂੰ ਪਛਾਣਨ ਦੀ ਲੋੜ ਹੈ। ਬੱਚੇ ਅਲੱਗ-ਅਲੱਗ ਤਰ੍ਹਾਂ ਦੇ ਡਰ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ, ਇਕੱਲੇ ਰਹਿ ਜਾਣ ਦਾ ਡਰ ਬਹੁਤ ਵੱਡਾ ਡਰ ਹੈ। ਆਪਾਂ ਕਿਸੇ ਨੂੰ ਕਹਿੰਦੇ ਆ ਕਿ ਤੂੰ ਇਕੱਲਾ ਹੈ, ਘਬਰਾ ਨਾ, ਆਪਣਾ ਤਾਂ ਕਹਿ ਕੇ ਸਰ ਜਾਂਦਾ ਹੈ, ਪਰ ਉਸਨੇ ਉਹਦੇ ਵਿੱਚੋਂ ਕਿਵੇਂ ਨਿਕਲਣਾ ਹੈ ਤੇ ਅਸੀਂ ਉਸਦੀ ਕਿਵੇਂ ਹੈਲਪ ਕਰਨੀ ਹੈ, ਇਹ ਅਸੀਂ ਨਹੀਂ ਜਾਣਦੇ। ਅਸੀਂ ਉਸਨੂੰ ਇਹ ਸਾਬਤ ਕਰਨਾ ਹੈ ਉਸ ਬੱਚੇ ਨੂੰ ਕਿ ਅਸੀਂ ਤੇਰੇ ਨਾਲ ਹਾਂ, ਅਸੀਂ ਹਰ ਵੇਲੇ ਤੇਰੀ ਮਦਦ ਲਈ ਤੇਰੇ ਨਾਲ ਹਾਂ। ਵੇਲੇ ਕੁ ਵੇਲੇ ਜਿਸ ਵੇਲੇ ਤੈਨੂੰ ਲੋੜ ਪਵੇ ਤੂੰ ਸਾਨੂੰ ਕਹਿ ਸਕਦਾ ਹੈ। ਮੈਂ ਵੈਸਟਰਨ ਵਰਲਡ ਦੀ ਇੱਕ ਗੱਲ ਤੋਂ ਬਹੁਤ ਮੁਤਾਸਿਰ ਹਾਂ। ਉਹ ਇਹ ਕਹਿੰਦੇ ਨੇ, ਆਈ ਐਮ ਜਸਟ ਅ ਫੋਨ ਕਾਲ ਅਵੇ, ਕਿ ਮੈਂ ਤੁਹਾਡੇ ਤੋਂ ਦੂਰ ਨਹੀਂ ਹਾਂ, ਬਸ ਇੱਕ ਫੋਨ ਕਰਨ ਦੀ ਦੇਰ ਹੈ, ਮੈਂ ਉਸੇ ਵੇਲੇ ਹਾਜ਼ਰ ਹੋ ਜਾਵਾਂਗਾ। ਦੋਸਤੀ ਵੀ ਇਹੀ ਹੁੰਦੀ ਹੈ, ਤੁਸੀਂ ਆਪਣੇ ਫਰੈਂਡਸ ਲਈ ਹਮੇਸ਼ਾ ਹਾਜ਼ਰ ਰਹੋ। ਕਿਉਂਕਿ ਕਈ ਘਰੇਲੂ ਪ੍ਰੋਬਲਮਸ ਇਹੋ ਜਿਹੀਆਂ ਹੁੰਦੀਆਂ ਹਨ ਜਿਹੜੀਆਂ ਬੱਚਿਆਂ ਦੇ ਅੰਦਰ ਇੱਕ ਸਹਿਮ ਪੈਦਾ ਕਰ ਦਿੰਦੀਆਂ ਹਨ, ਇੱਕ ਅਜਿਹਾ ਭਾਵ ਪੈਦਾ ਕਰ ਦਿੰਦੀਆਂ ਹਨ ਜਿਸ ਵਿੱਚੋਂ ਬੱਚਾ ਚਾਹ ਕੇ ਵੀ ਨਹੀਂ ਨਿਕਲ ਸਕਦਾ। ਉਹਨੂੰ ਕੋਈ ਸਹਾਰਾ ਚਾਹੀਦਾ ਹੁੰਦਾ ਹੈ, ਔਰ ਉਸ ਬੱਚੇ ਦਾ ਸਹਾਰਾ ਉਸਦਾ ਅਧਿਆਪਕ, ਉਸਦੇ ਦੋਸਤ ਬਣ ਸਕਦੇ ਹਨ। ਕਿਵੇਂ ਬੱਚੇ ਦੇ ਮਨ ਚੋਂ ਡਰ ਕੱਢਿਆ ਜਾ ਸਕਦਾ ਹੈ? ਸਭ ਤੋਂ ਪਹਿਲਾਂ ਫਰੈਂਡਸ,
ਜਿਹੜੇ ਇਹ ਨੋਟਿਸ ਕਰਦੇ ਹਨ ਕਿ ਇਹ ਬੱਚਾ ਚੁੱਪ ਰਹਿੰਦਾ ਹੈ, ਇਹ ਬੱਚਾ ਬੋਲਦਾ ਨਹੀਂ ਹੈ, ਇਹ ਸਹਿਮ ਜਾਂਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਦੋਸਤ ਨੂੰ ਸਮਝਾਈਏ, ਉਹਦੇ ਮਨ ਦੇ ਵਿੱਚੋਂ ਇਹ ਡਰ ਕੱਢੀਏ, ਉਹਨੂੰ ਹੌਲੀ ਹੌਲੀ ਰੋਜ਼ਾਨਾ ਇਸ ਗੱਲ ਲਈ ਤਿਆਰ ਕਰੀਏ ਕਿ ਡਰਨ ਦੀ ਜ਼ਰੂਰਤ ਨਹੀਂ, ਤੂੰ ਖੜਾ ਹੋ ਕੇ ਪ੍ਰਸ਼ਨ ਦਾ ਉੱਤਰ ਦੇ, ਜਿੱਥੇ ਭੁੱਲੇਗਾ ਮੈਂ ਤੈਨੂੰ ਦੱਸ ਦੂੰਗਾ। ਟੀਚਰ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਹੌਸਲਾ ਦੇ ਕਿ ਨਹੀਂ ਬੇਟਾ ਡਰਨਾ ਨਹੀਂ ਹੈ, ਬਿਲਕੁਲ ਨਹੀਂ ਡਰਨਾ, ਕੋਸ਼ਿਸ਼ ਕਰੋ, ਕੋਸ਼ਿਸ਼ ਹੀ ਕਾਮਯਾਬ ਹੁੰਦੀ ਹੈ। ਤੁਸੀਂ ਐਫਰਟ ਕਰਦੇ ਰਹਿਣਾ ਹੈ, ਕੰਟੀਨਿਊਸਲੀ ਐਫਰਟ। ਪਰਸਿਸਟੈਂਸ ਅਲੋਨ ਇਜ਼ ਓਮਨੀਪੋਟੈਂਟ। ਸਿਰਫ ਇੱਕ ਲਗਾਤਾਰਤਾ ਜਿਹੜੀ ਹੈ ਉਹ ਜ਼ਿੰਦਗੀ ਨੂੰ ਚੱਲਦਾ ਰੱਖਦੀ ਹੈ। ਡਰ ਕੀ ਹੈ? ਮਨ ਦੀ ਇੱਕ ਅਵਸਥਾ। ਕੌਨਫੀਡੈਂਸ ਕੀ ਹੈ? ਮਨ ਦੀ ਇੱਕ ਅਵਸਥਾ। ਆਪਾਂ ਕਰਨਾ ਕੀ ਹੈ? ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਬਦਲਣਾ ਹੈ। ਬਹੁਤ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈ। ਜਿਵੇਂ ਬਰਫ਼ ਨੂੰ ਥੋੜਾ ਜਿਹਾ ਸੇਕ ਦੇਣ ਨਾਲ ਉਹ ਪਿਘਲ ਜਾਂਦੀ ਹੈ, ਠੀਕ ਇਸੇ ਤਰ੍ਹਾਂ ਡਰ ਨੂੰ ਥੋੜਾ ਜਿਹਾ ਤਰੀਕੇ ਨਾਲ ਸੰਭਾਲਣ ਨਾਲ ਉਹ ਕੌਨਫੀਡੈਂਸ ਬਦਲ ਜਾਂਦਾ ਹੈ। ਪ੍ਰੋਬਲਮ ਕਿੱਥੇ ਹੈ? ਜਦੋਂ ਅਸੀਂ ਆਪਣੇ ਡਰ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਬੇਟਾ ਤੁਹਾਡੇ ਮਨ ਦੇ ਵਿੱਚ ਅਗਰ ਕੋਈ ਵੀ ਡਰ ਹੈ, ਕੋਈ ਵੀ ਅਹਿਸਾਸ ਅਜਿਹਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਸ ਚੋਂ ਮੈਂ ਬਾਹਰ ਨਹੀਂ ਨਿਕਲ ਸਕਦਾ, ਜਾਂ ਮੈਨੂੰ ਕਲਾਸ ਦੇ ਵਿੱਚ ਖੜੇ ਹੋ ਕੇ ਕੋਈ ਕੁਐਸਚਨ ਪੁੱਛਣ ਲੱਗੇ ਡਰ ਲੱਗਦਾ ਹੈ। ਅਕਸਰ ਇਦਾਂ ਹੁੰਦਾ ਹੈ, ਸਾਨੂੰ ਕੋਈ ਕੁਐਸਚਨ ਸਮਝ ਨਹੀਂ ਆਉਂਦਾ ਪਰ ਅਸੀਂ ਡਰਦੇ ਹੋਏ ਹੀ ਨਹੀਂ ਪੁੱਛਦੇ, ਔਰ ਕੁਝ ਬੱਚੇ ਇਹੋ ਜਿਹੇ ਹੁੰਦੇ ਜਿਹੜੇ ਫਟ ਨਹੀਂ ਖੜੇ ਹੋ ਕੇ ਪੁੱਛ ਲੈਂਦੇ ਕਿ ਮੈਡਮ ਇਹਦਾ ਆਨਸਰ ਦੱਸੋ ਜੀ। ਠੀਕ ਹੈ ਨਾ? ਆਪਾਂ ਸਕੂਲ ਦੇ ਵਿੱਚ 6 ਘੰਟੇ ਬਿਤਾਉਂਦੇ ਹਾਂ। ਸਕੂਲ ਆਪਣਾ ਦੂਸਰਾ ਘਰ ਹੈ, ਅਧਿਆਪਕ ਆਪਣੇ ਮਾਂ-ਬਾਪ ਹਨ। ਫਿਰ ਡਰ ਕਿਸ ਗੱਲ ਦਾ? ਆਰਾਮ ਨਾਲ ਪੁੱਛੋ, ਕੌਨਫੀਡੈਂਸ ਨਾਲ ਪੁੱਛੋ। ਆਪਣੇ ਆਪ ਲਈ ਇੱਕ ਚੀਜ਼ ਬੱਚੇ ਸੋਚ ਲਓ, ਅਜਿਹਾ ਕੋਈ ਵੀ ਕੰਮ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ। ਨਥਿੰਗ ਇਜ਼ ਇੰਪੋਸੀਬਲ ਵੈਨ ਯੂ ਨੋ ਹਾਊ। ਜਦੋਂ ਤੁਹਾਨੂੰ ਪਤਾ ਹੋਵੇ ਕਿ ਕਿਸੇ ਕੰਮ ਨੂੰ ਕਿਵੇਂ ਕਰਨਾ ਹੈ ਤਾਂ ਕੋਈ ਵੀ ਕੰਮ ਨਾਮੁਮਕਿਨ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਠੀਕ ਹੈ ਨਾ? ਕਿਉਂਕਿ ਸਾਨੂੰ ਪਤਾ ਹੈ ਉਹ ਕਿਵੇਂ ਕਰਨਾ ਹੈ, ਅਸੀਂ ਉਸ ਦਾ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਹਾਂ। ਇਸ ਦੀ ਇੱਕ ਮਿਸਾਲ ਦਿੰਨੀ ਆ, ਕੀੜੀ, ਚੀਂਟੀ। ਸਮਝ ਰਹੇ ਹੋ? ਛੋਟੀ ਜਿਹੀ ਚੀਂਟੀ ਜਦੋਂ ਉਹ ਇੱਕ ਦਾਣਾ ਲੈ ਕੇ ਚੱਲਦੀ ਹੈ, ਕਿੰਨੀ ਵਾਰ ਡਿੱਗਦੀ ਹੈ, ਕਿੰਨੀ ਵਾਰ ਫਿਸਲਦੀ ਹੈ, ਪਰ ਉਹ ਚੱਲਦੀ ਰਹਿੰਦੀ ਹੈ। ਤੁਸੀਂ ਉਸਦੇ ਅੱਗੇ ਹੱਥ ਰੱਖ ਦਿਓ, ਉਹ ਹੌਲੀ ਹੌਲੀ ਸਰਕਦੇ ਸਰਕਦੇ ਦੂਜੇ ਪਾਸੇ ਤੋਂ ਨਿਕਲ ਜਾਏਗੀ। ਠੀਕ ਹੈ ਨਾ? ਕਿਉਂਕਿ ਉਹਨੂੰ ਆਪਣੇ ਪਰਿਸ਼ਰਮ ਤੇ ਭਰੋਸਾ ਹੈ। ਔਰ ਸਾਡਾ ਜਿਹੜਾ ਦਿਮਾਗ ਹੈ ਇਹ ਸਾਨੂੰ ਜਿੰਨਾ ਪੋਜ਼ਿਟਿਵਿਟੀ ਵੱਲ ਲਿਜਾਂਦਾ ਹੈ ਉਨਾ ਹੀ ਨੈਗੇਟਿਵਿਟੀ ਵੱਲ ਵੀ ਲੈ ਜਾਂਦਾ ਹੈ। ਡਰ, ਘਬਰਾ ਜਾਣਾ, ਨਿਰਾਸ਼ਾ, ਇਹਨਾਂ ਚੀਜ਼ਾਂ ਦੇ ਵਿੱਚ ਜਾਣਾ ਇਹ ਸਹੀ ਨਹੀਂ ਹੈ। ਦੇਖੋ, ਦੋ ਟੀਮਸ ਖੇਲਦੀਆਂ ਹਨ ਜਾਂ ਦੋ ਫੌਜਾਂ ਲੜਦੀਆਂ ਹਨ। ਪਤਾ ਹੁੰਦਾ ਹੈ ਕਿ ਇੱਕ ਦੀ ਜਿੱਤ ਤੇ ਇੱਕ ਦੀ ਹਾਰ ਨਿਸ਼ਚਿਤ ਹੈ, ਪਰ ਫਿਰ ਵੀ ਦੋਨੋਂ ਪੂਰਾ ਜ਼ੋਰ ਲਾ ਕੇ ਲੜਦੇ ਹਨ ਐਂਡ ਤੱਕ। ਔਰ ਖਿਡਾਰੀਆਂ ਦੇ ਵਿੱਚ ਕਿੰਨੀ ਵੱਡਾ ਗੁਣ ਹੈ ਇਸ ਚੀਜ਼ ਦਾ ਕਿ ਉਹ ਉਸ ਚੀਜ਼ ਨੂੰ ਅਪਣਾ ਲੈਂਦੇ ਹਨ, ਟੂ ਐਕਸੈਪਟ ਕਰਨਾ। ਜੇ ਉਹ ਹਾਰ ਵੀ ਜਾਂਦੇ ਹਨ ਤਾਂ ਉਹ ਇਸ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ। ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਹੈ ਨਾ। ਬਸ ਇਸ ਭਾਵਨਾ ਨੂੰ ਤੁਸੀਂ ਆਪਣੇ ਅੰਦਰ ਪਾ ਲਓ, ਡਰ ਆਪਣੇ ਆਪ ਖਤਮ ਹੋ ਜਾਏਗਾ। ਤੁਸੀਂ ਆਪਣੇ ਮਨ ਦੇ ਵਿੱਚ ਇਸ ਭਾਵਨਾ ਨੂੰ ਬਿਠਾ ਲਓ ਕਿ ਅਸੀਂ ਕੋਸ਼ਿਸ਼ ਕਰਨੀ ਹੈ। ਸਫਲਤਾ ਮਿਲਣਾ ਜਾਂ ਨਾ ਮਿਲਣਾ ਇੱਕ ਦੂਜੀ ਗੱਲ ਹੈ। ਡਰ ਦਾ ਖਾਤਮਾ ਅਸੀਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਅਸੀਂ ਅਲੱਗ-ਅਲੱਗ ਕਿਸਮ ਦੇ ਡਰ ਦੀ ਗੱਲ ਕਰ ਰਹੇ ਸੀ, ਤਾਂ ਉਸ ਗੱਲ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਫੀਅਰ ਆਫ ਰਿਜੈਕਸ਼ਨ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਡਰ ਹੈ। ਇਸ ਗੱਲ ਦਾ ਡਰ ਕਿ ਮੈਨੂੰ ਰਿਜੈਕਟ ਕਰ ਦਿੱਤਾ ਜਾਏਗਾ, ਮੈਨੂੰ ਅਪਣਾਇਆ ਨਹੀਂ ਜਾਏਗਾ। ਇੱਕ ਬਾਲ ਮਨ ਤੇ ਇਹ ਡਰ ਜਿਹੜਾ ਹੈ ਬਹੁਤ ਹਾਵੀ ਹੁੰਦਾ ਹੈ। ਅਕਸਰ ਟੁੱਟੇ ਹੋਏ ਘਰਾਂ ਦੇ ਬੱਚੇ, ਜਿੱਥੇ ਮਾਂ-ਬਾਪ ਦਾ ਡਿਵੋਰਸ ਹੋ ਜਾਂਦਾ ਹੈ ਜਾਂ ਮਾਂ-ਬਾਪ ਅਲੱਗ-ਅਲੱਗ ਰਹਿੰਦੇ ਹਨ, ਉੱਥੇ ਬੱਚਾ ਡਰਦਾ ਹੈ। ਬੱਚੇ ਨੂੰ ਇੱਕ ਫੀਅਰ ਆਫ ਰਿਜੈਕਸ਼ਨ ਹਰ ਵੇਲੇ ਰਹਿੰਦਾ ਹੈ। ਉਹਨੂੰ ਇਹ ਲੱਗਦਾ ਹੈ ਕਿ ਕੋਈ ਮੈਨੂੰ ਅਪਣਾਏਗਾ ਨਹੀਂ ਤੇ ਮੈਨੂੰ ਇਕੱਲੇ ਛੱਡ ਦਿੱਤਾ ਜਾਏਗਾ। ਉਸ ਡਰ ਨਾਲ ਉਹ ਹੌਲੀ-ਹੌਲੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ। ਇੱਥੇ ਟੀਚਰ ਦੀ ਤੇ ਸਾਥੀ ਵਿਦਿਆਰਥੀਆਂ ਦੀ ਭੂਮਿਕਾ ਬਹੁਤ ਇੰਪੋਰਟੈਂਟ ਹੈ। ਅਸੀਂ ਆਈਡੈਂਟੀਫਾਈ ਕਰਨਾ ਹੈ ਹਾਊ ਟੂ ਇਵੈਲੂਏਟ ਫੀਅਰ ਐਂਡ ਹਾਊ ਟੂ ਐਲੀਮੀਨੇਟ ਫੀਅਰ। ਠੀਕ ਹੈ ਨਾ? ਪਹਿਲਾਂ ਅਸੀਂ ਕਿਵੇਂ ਸਮਝਣਾ ਹੈ ਕਿ ਕੋਈ ਡਰਿਆ ਹੋਇਆ ਹੈ। ਅਸੀਂ ਉਸਦੇ ਵਿਵਹਾਰ ਨੂੰ ਦੇਖਣਾ ਹੈ। ਜਿਹੜਾ ਬੱਚਾ ਚੁੱਪ-ਚੁੱਪ ਰਹਿੰਦਾ ਹੈ, ਜ਼ਿਆਦਾ ਬੋਲਦਾ ਨਹੀਂ, ਜ਼ਿਆਦਾ ਲੋਕਾਂ ਨਾਲ ਦੋਸਤੀ ਨਹੀਂ ਕਰਦਾ, ਖੁੱਲਦਾ ਨਹੀਂ ਹੈ, ਖੁੱਲ ਕੇ ਹੱਸਦਾ ਨਹੀਂ ਹੈ, ਉਹ ਜ਼ਰੂਰ ਕਿਤੇ ਨਾ ਕਿਤੇ ਸਹਿਮਿਆ ਹੋਇਆ ਹੈ, ਉਸਦੇ ਅੰਦਰ ਕੋਈ ਡਰ ਮੌਜੂਦ ਹੈ। ਹੁਣ ਅਸੀਂ ਉਹਦੇ ਡਰ ਨੂੰ ਐਲੀਮੀਨੇਟ, ਖਤਮ ਕਿਵੇਂ ਕਰਨਾ ਹੈ? ਅਸੀਂ ਉਸਨੂੰ ਇੱਕਦਮ ਨਹੀਂ ਕਹਿਣਾ ਕਿ ਤੂੰ ਹੌਸਲਾ ਕਰ, ਤੂੰ ਕਰਦਾ ਨਹੀਂ ਹੈ, ਤੂੰ ਕੋਸ਼ਿਸ਼ ਕਿਉਂ ਨਹੀਂ ਕਰਦਾ। ਇਹਦੇ ਨਾਲ ਉਹਦੇ ਮਨ ਦੇ ਵਿੱਚ ਡਰ ਹੋਰ ਗਹਿਰਾ ਬੈਠਦਾ ਜਾਏਗਾ ਤੇ ਉਹਦੇ ਵਿੱਚ ਇੱਕ ਇਨਫੀਰੀਅਰਿਟੀ ਕੰਪਲੈਕਸ ਆ ਜਾਏਗਾ
ਇੱਕ ਭਾਵਨਾ ਅਜਿਹੀ ਆ ਜਾਏਗੀ ਇਨਫੀਰੀਅਰਿਟੀ ਦੀ ਕਿ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕੇਗਾ। ਬਜਾਏ ਇਸ ਦੇ ਅਸੀਂ ਉਸ ਨੂੰ ਪਿਆਰ ਨਾਲ ਥੋੜਾ ਥੋੜਾ ਸਮਝਾਉਣਾ ਹੈ, ਥੋੜੀ ਥੋੜੀ ਹੱਲਾਸ਼ੇਰੀ ਦੇਣੀ ਹੈ, ਉਸ ਨੂੰ ਇਹ ਕਹਿਣਾ ਹੈ ਕਿ ਡਰਨਾ ਨਹੀਂ ਹੈ, ਡਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਤੇਰੇ ਨਾਲ ਹਾਂ, ਤੂੰ ਕੋਸ਼ਿਸ਼ ਕਰ, ਅਸੀਂ ਤੈਨੂੰ ਐਕਸੈਪਟ ਕਰਦੇ ਹਾਂ, ਤੂੰ ਜਿਹੋ ਜਿਹਾ ਵੀ ਹੈ। ਔਰ ਇਹ ਸਿਰਫ ਕਹਿਣਾ ਨਹੀਂ ਹੈ, ਉਹਨੂੰ ਐਕਚੁਅਲ ਦੇ ਵਿੱਚ ਐਕਸੈਪਟ ਕਰਨਾ ਹੈ। ਉਹ ਬੱਚਾ ਜੈਸਾ ਵੀ ਹੈ ਉਸ ਦੇ ਵਿੱਚ ਕੋਈ ਵੀ ਕਮੀ ਹੈ, ਬੇਸ਼ੱਕ ਉਹ ਬਹੁਤ ਜ਼ਿਆਦਾ ਬੋਲਦਾ ਨਹੀਂ ਹੈ, ਬੇਸ਼ੱਕ ਉਹ ਬਹੁਤ ਜ਼ਿਆਦਾ ਹੱਸਦਾ ਨਹੀਂ ਹੈ, ਜਾਂ ਬੇਸ਼ੱਕ ਉਹ ਆਪਣੇ ਆਪ ਨੂੰ ਕਿਤੇ ਲੈਟ ਡਾਊਨ ਫੀਲ ਕਰਦਾ ਹੈ, ਪਰ ਅਸੀਂ ਉਹਨੂੰ ਅਪਣਾਉਣਾ ਹੈ। ਕਈ ਵਾਰ ਕਲਾਸ ਦੇ ਵਿੱਚ ਅਜਿਹਾ ਦੇਖਿਆ ਜਾਂਦਾ ਹੈ ਕਿ ਕੋਈ ਬੱਚਾ ਕਿਸੇ ਇੱਕ ਵਜ੍ਹਾ ਕਰਕੇ, ਕਿਸੇ ਵੀ ਇੱਕ ਫੇਸ਼ੀਅਲ ਫੀਚਰ ਕਰਕੇ, ਕੋਈ ਸਰੀਰਕ ਬਣਤਰ ਕਰਕੇ, ਜਾਂ ਬਹੁਤ ਸੁੰਦਰ ਨਾ ਹੋਣ ਕਰਕੇ, ਕੁਰੂਪ ਹੋਣ ਕਰਕੇ, ਵੈਸੇ ਤਾਂ ਕੁਰੂਪ ਕੋਈ ਹੁੰਦਾ ਹੀ ਨਹੀਂ, ਪਰਮਾਤਮਾ ਨੇ ਜਿਹਨੂੰ ਵੀ ਬਣਾਇਆ ਹੈ ਬਹੁਤ ਸੁੰਦਰ ਹੀ ਬਣਾਇਆ ਹੈ, ਪਰ ਸਾਡੇ ਮਾਪਦੰਡ ਹੀ ਸਾਡੇ ਸਮਾਜ ਦੇ ਅਜਿਹੇ ਹਨ, ਬੱਚੇ ਉਸ ਦਾ ਮਜ਼ਾਕ ਉਡਾਉਂਦੇ ਹਨ। ਬੇਟਾ ਇਹ ਕਦੇ ਨਹੀਂ ਕਰਨਾ ਚਾਹੀਦਾ। ਪਰਮਾਤਮਾ ਨੇ ਸਭ ਨੂੰ ਸੋਹਣੇ ਬਣਾਇਆ ਹੈ, ਔਰ ਜੋ ਵੀ ਸਾਨੂੰ ਦਿੱਤਾ ਹੈ ਉਹ ਬਹੁਤ ਅਣਮੁੱਲੀ ਦਾਤ ਹੈ ਪਰਮਾਤਮਾ ਦੀ। ਸਾਨੂੰ ਆਪਣੇ ਨਾਲ ਦੇ ਬੱਚਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ, ਉਹਨਾਂ ਨੂੰ ਕਦੇ ਵੀ ਆਪਣੇ ਤੋਂ ਅਲੱਗ ਮਹਿਸੂਸ ਨਹੀਂ ਕਰਾਉਣਾ ਚਾਹੀਦਾ, ਉਹਨਾਂ ਨੂੰ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਤੁਸੀਂ ਸਾਡਾ ਹੀ ਇੱਕ ਹਿੱਸਾ ਹੋ। ਦਿਸ ਇਜ਼ ਦ ਵੇ ਟੂ ਐਲੀਮੀਨੇਟ ਫੀਅਰ। ਉਹਨਾਂ ਦੇ ਡਰ ਨੂੰ ਦੂਰ ਕਰਨ ਦਾ ਇੱਕ ਤਰੀਕਾ ਸਭ ਤੋਂ ਵੱਡਾ ਇਹੀ ਹੈ ਕਿ ਉਹਨਾਂ ਨੂੰ ਅਪਣਾਉਣਾ, ਉਹਨਾਂ ਨੂੰ ਆਪਣੇ ਨਾਲ ਜੋੜਨਾ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦੇਣਾ ਕਿ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ। ਇਸ ਦੇ ਨਾਲ ਉਹਨਾਂ ਦਾ ਫੀਅਰ ਆਫ ਰਿਜੈਕਸ਼ਨ ਜਿਹੜਾ ਉਹ ਬਿਲਕੁਲ ਖਤਮ ਹੋ ਜਾਏਗਾ। ਟੀਚਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜਾ ਬੱਚਾ ਕਿਤੇ ਨਾ ਕਿਤੇ ਚੁੱਪ ਰਹਿ ਰਿਹਾ ਹੈ ਜਾਂ ਧਿਆਨ ਦੇ ਵਿੱਚ ਆਉਂਦਾ ਹੈ ਕਿ ਐਕਟਿਵਲੀ ਪਾਰਟਿਸਿਪੇਟ ਨਹੀਂ ਕਰਦਾ, ਇਟ ਮੀਨਸ ਉਹ ਕਿਤੇ ਨਾ ਕਿਤੇ ਡਰਿਆ ਹੋਇਆ ਹੈ। ਅਸੀਂ ਉਸ ਬੱਚੇ ਨੂੰ ਸਟਰੋਂਗ ਬਣਾਉਣਾ ਹੈ। ਤੁਸੀਂ ਕਿਸੇ ਨੂੰ ਸਟਰੋਂਗ ਇੱਕ ਹੀ ਦਿਨ ਦੇ ਵਿੱਚ ਨਹੀਂ ਬਣਾ ਸਕਦੇ। It takes time, it takes a long time. Continuous process ਹੈ। ਹਰ ਰੋਜ਼ ਉਸ ਨੂੰ ਹਿੰਮਤ ਦੇਣੀ ਹੈ, ਉਸ ਨੂੰ ਜਾਂਦੇ ਆਉਂਦੇ ਪੋਜ਼ਿਟਿਵ ਵਰਡਸ ਕਹਿਣੇ ਹਨ, ਉਹਦੇ ਕੋਲੋਂ ਲੰਘਦੇ ਹੋਏ ਸਮਾਈਲ ਦੇਣੀ ਹੈ, ਠੀਕ ਹੈ ਨਾ, ਜਿਹੜੀ ਉਹਨੂੰ ਪੋਜ਼ਿਟਿਵ ਲੱਗੇ। ਠੀਕ, ਉਹਦੇ ਕੋਲ ਜਾਂਦੇ ਹੋਏ ਉਹਨੂੰ ਸ਼ਾਬਾਸ਼ ਦੇਣੀ ਹੈ। ਉਹਨੇ ਇੱਕ ਪ੍ਰਸ਼ਨ ਸੁਣਾਇਆ ਤਾਂ ਤੁਸੀਂ 2 ਵਾਰ ਸ਼ਾਬਾਸ਼ ਦਿਓ। ਔਰ ਬਾਕੀ ਬੱਚਿਆਂ ਨੂੰ ਕੀ ਚਾਹੀਦਾ ਹੈ ਕਿ ਉਹਦੇ ਕੋਈ ਕੰਮ ਕੀਤੇ ਤੇ ਕਲੈਪਿੰਗ ਕਰੋ। ਇਹ ਹੱਲਾਸ਼ੇਰੀ ਬਹੁਤ ਵੱਡੀ ਚੀਜ਼ ਹੈ, ਜਿਹੜੀ ਥੋੜੀ ਜਿਹੀ ਅਧਿਆਪਕ ਤੇ ਸਾਥੀਆਂ ਵੱਲੋਂ ਮਿਲੀ ਹੱਲਾਸ਼ੇਰੀ ਹੈ ਨਾ, ਉਹ ਬੱਚੇ ਨੂੰ ਬਿੱਲੀ ਤੋਂ ਸ਼ੇਰ ਬਣਾ ਦਿੰਦੀ ਹੈ। ਅਸੀਂ ਕੀ ਕਰਨਾ ਹੈ, ਸਾਡਾ ਰੋਲ ਇੱਥੇ ਕੀ ਹੈ? ਅਸੀਂ ਇੱਕ ਕੰਸਟਰਕਟਿਵ ਰੋਲ ਪਲੇ ਕਰਨਾ ਹੈ। ਇਸ ਤਰੀਕੇ ਨਾਲ ਅਸੀਂ ਉਸ ਨੂੰ ਸਿਖਾਉਣਾ ਹੈ ਕਿ ਆਪਣੇ ਫੀਅਰ ਨੂੰ ਕਿਵੇਂ ਮੈਨੇਜਮੈਂਟ ਕਰਨਾ ਹੈ। ਵਾਟ ਇਜ਼ ਦ ਮੈਨੇਜਮੈਂਟ ਆਫ ਦ ਫੀਅਰ? ਯੂ ਹੈਵ ਟੂ ਓਵਰਕਮ ਇਟ। ਤੁਹਾਨੂੰ ਆਪਣੇ ਮਨ ਦੇ ਵਿੱਚ ਮਾਨਸਿਕ ਤੌਰ ਤੇ ਬਦਲਾਅ ਕਰਨੇ ਪੈਣੇ ਹਨ। ਤੁਸੀਂ ਬਾਹਰੋਂ ਕਹਿ ਕੇ ਕਿਸੇ ਨੂੰ ਕਿਸੇ ਤਰ੍ਹਾਂ ਦੇ ਡਰ ਤੋਂ ਮੁਕਤ ਨਹੀਂ ਕਰ ਸਕਦੇ। ਤੁਹਾਨੂੰ ਕਰਨਾ ਕੀ ਪੈਣਾ ਹੈ? ਤੁਹਾਨੂੰ ਉਸ ਨੂੰ ਇਹ ਗੱਲ ਸਮਝਾਉਣੀ ਪੈਣੀ ਹੈ, ਹੌਲੀ ਹੌਲੀ, ਪਿਆਰ ਨਾਲ। ਅਗਰ ਤੁਸੀਂ ਸੋਚੋ ਕਿ ਤੁਸੀਂ ਅੱਜ ਕਿਸੇ ਨੂੰ ਸਮਝਾਇਆ ਤੇ ਰਾਤੋਂ ਰਾਤ ਉਹ ਬਦਲ ਜਾਏਗਾ, ਨਹੀਂ ਹੋਣ ਵਾਲਾ। ਕੋਈ ਕਰਿਸ਼ਮਾ ਨਹੀਂ ਹੁੰਦਾ। ਮਾਨਸਿਕ ਬਦਲਾਅ ਬਹੁਤ ਟਾਈਮ ਲੈਂਦੇ ਨੇ ਆਉਣ ਵਿੱਚ। ਇਸ ਤਰ੍ਹਾਂ ਦੇ ਫੀਅਰ ਆਫ ਡਿਸਅਪਾਇੰਟਮੈਂਟ, fear of losing someone, fear of rejection, fear of being left alone, ਇਹ ਸਾਡੀ ਮਾਨਸਿਕਤਾ ਤੇ ਬਹੁਤ ਭਾਰੂ ਹੁੰਦੇ ਜਾ ਰਹੇ ਹਨ। ਕਈ ਵਾਰ ਕੀ ਹੁੰਦਾ ਹੈ, ਕਲਾਸ ਦੇ ਵਿੱਚ ਬਹੁਤ ਸਾਰੇ ਬੱਚੇ ਆਪਣੇ ਆਪ ਨੂੰ ਇਹ ਸੋਚਦੇ ਹਨ ਕਿ ਅਸੀਂ ਬਹੁਤ ਅਮੀਰ ਘਰ ਤੋਂ ਆਏ ਹਾਂ, ਅਸੀਂ ਇੱਕ ਸਪੈਸ਼ਲ ਸੋਸ਼ਲ ਸਟ੍ਰੈਟਾ ਨੂੰ ਬਿਲੋਂਗ ਕਰਦੇ ਹਾਂ, ਇਕਨੋਮਿਕ ਸਟ੍ਰੈਟਾ ਨੂੰ ਬਿਲੋਂਗ ਕਰਦੇ ਹਾਂ, ਤੇ ਦੂਜੇ ਬੱਚੇ ਨੂੰ ਲੈਟ ਡਾਊਨ ਕਰਦੇ ਹਨ। ਇਹ ਬਿਲਕੁਲ ਗਲਤ ਹੈ। ਇੱਥੇ ਵੀ ਉਹ ਬੱਚਾ ਇਕੱਲਾ ਰਹਿ ਜਾਂਦਾ ਹੈ, ਇਕੱਲਾਪਨ ਮਹਿਸੂਸ ਕਰਦਾ ਹੈ। ਜ਼ਿੰਦਗੀ ਦੀਆਂ ਅਵਸਥਾਵਾਂ ਨੇ ਅਮੀਰੀ ਜਾਂ ਗਰੀਬੀ, ਮਨੁੱਖ ਦੀਆਂ ਨਹੀਂ। ਮਨੁੱਖ ਦੇ ਅੰਦਰ ਕਾਬਲੀਅਤ ਹੈ, ਔਰ ਉਸ ਕਾਬਲੀਅਤ ਨਾਲ ਉਹ ਕਿਤੋਂ ਕਿਤੇ ਤੱਕ ਪਹੁੰਚ ਸਕਦਾ ਹੈ। ਸਕੂਲ ਵਿਦਿਆ ਦਾ ਮੰਦਿਰ ਹੈ, ਔਰ ਵਿਦਿਆ ਇੱਕ ਅਜਿਹੀ ਚੀਜ਼ ਹੈ ਜਿਹੜੀ ਸਾਨੂੰ ਟੋਟਲੀ ਬਦਲ ਕੇ ਰੱਖ ਸਕਦੀ ਹੈ। ਸਾਡੇ ਹਰ ਡਰ ਨੂੰ ਦੂਰ ਕਰ ਸਕਦੀ ਹੈ। ਫੀਅਰ ਆਫ ਪੋਵਰਟੀ, ਫੀਅਰ ਆਫ ਲੂਜ਼ਿੰਗ ਸਮਬਡੀ। ਵਿਦਿਆ ਤੁਹਾਨੂੰ ਉਸ ਹੱਦ ਤੱਕ ਪਹੁੰਚਾ ਦਿੰਦੀ ਹੈ ਜਿੱਥੇ ਤੁਸੀਂ ਇੱਕ ਸਫਲ ਇਨਸਾਨ ਬਣ ਜਾਂਦੇ ਹੋ, ਤੇ ਇੱਕ ਸਫਲ ਇਨਸਾਨ ਦਾ ਹਰ ਕੋਈ ਮਿੱਤਰ ਬਣਨਾ ਚਾਹੁੰਦਾ ਹੈ। ਇਹ ਚੀਜ਼ ਬੱਚੇ ਦੇ ਮਨ ਵਿੱਚ ਪਾ ਦੇਣੀ ਹੈ। ਡਰ ਆਪਣੇ ਆਪ ਸਾਰੇ ਹੀ ਖਤਮ ਹੋ ਜਾਣਗੇ। ਔਰ ਇੱਕ ਸਭ ਤੋਂ ਵੱਡੀ ਗੱਲ ਜੋ ਮੈਂ ਅਕਸਰ ਮਹਿਸੂਸ ਕਰਦੀ ਹਾਂ ਕਿ ਅਸੀਂ ਬੱਚੇ ਨੂੰ ਡਰਾਉਣਾ ਨਹੀਂ ਹੈ। ਬੱਚੇ ਦਾ ਮਨ ਬੜਾ ਕੋਮਲ ਹੁੰਦਾ ਹੈ। ਕਿਸੇ ਸਾਥੀ ਦਾ, ਕਿਸੇ ਅਧਿਆਪਕ ਦਾ ਕਿਹਾ ਹੋਇਆ ਇੱਕ ਸ਼ਬਦ ਉਸਦੇ ਕੋਮਲ ਮਨ ਤੇ ਇੱਕ ਅਜਿਹਾ ਅਸਰ ਪਾਉਂਦਾ ਹੈ ਜਿਸ ਚੋਂ ਉਹ ਸਾਰੀ ਜ਼ਿੰਦਗੀ ਨਹੀਂ ਨਿਕਲ ਸਕਦਾ। ਮੰਨ ਲਓ ਬੱਚੇ ਨੇ 4 ਸਵਾਲ ਗਲਤ ਕੱਢੇ, ਟੀਚਰ ਨੇ ਕਾਟਾ ਮਾਰ ਕੇ ਕਾਪੀ ਸਾਈਡ ਤੇ ਕਰਤੀ, ਨਾਲ ਦੇ ਬੱਚੇ ਹੱਸਣ ਲੱਗ ਗਏ, ਬੱਚੇ ਦਾ ਮਨ ਟੁੱਟ ਗਿਆ। ਉਹ ਅਗਲੀ ਵਾਰ ਐਫਰਟ ਨਹੀਂ ਕਰੇਗਾ।
ਤੁਹਾਨੂੰ ਐਮਪੈਥੀ ਲੈਸਨ ਦੇ ਵਿੱਚ ਵੀ ਇਹੀ ਪੜਾਇਆ ਗਿਆ ਸੀ ਕਿ ਤੁਸੀਂ ਅਗਲੇ ਦੀ ਤਕਲੀਫ ਨੂੰ ਸਮਝਣਾ ਹੈ, ਉਸ ਦੇ ਦੁੱਖ ਨੂੰ ਸਮਝਣਾ ਹੈ ਤੇ ਉਸ ਨੂੰ ਦੂਰ ਕਰਨਾ ਹੈ। ਉਸ ਨੂੰ ਕਹੋ ਕਿ ਕੋਈ ਗੱਲ ਨਹੀਂ, ਅੱਜ ਗਲਤੀ ਹੋਈ ਹੈ ਨਾ, ਤੂੰ ਮੇਰੇ ਨਾਲ ਬੈਠ, ਮੈਂ ਤੇਰੀ ਹੈਲਪ ਕਰੂੰਗਾ, ਨੈਕਸਟ ਟਾਈਮ ਠੀਕ ਹੋ ਜਾਏਗਾ, ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ, ਠੀਕ ਹੈ ਨਾ। ਇਸ ਤਰੀਕੇ ਨਾਲ ਰਲ ਮਿਲ ਕੇ, ਇੱਕ ਮਿਲ ਕੇ ਕੀਤੇ ਹੋਏ ਯਤਨ ਨਾਲ ਅਸੀਂ ਉਸ ਬੱਚੇ ਨੂੰ ਇਹਨਾਂ ਫੀਅਰਸ ਦੇ ਵਿੱਚੋਂ ਕੱਢ ਸਕਦੇ ਹਾਂ। ਸੋ concluding thing is this, that fear exists in mind, it's a state of mind, it's a perception. ਡਰ ਦੁਨੀਆ ਵਿੱਚ ਕਿਤੇ ਨਹੀਂ ਹੈ, ਡਰ ਤੁਹਾਡੇ ਮਨ ਵਿੱਚ ਹੈ। ਅਗਰ ਤੁਸੀਂ ਕੌਨਫੀਡੈਂਸ ਨਾਲ ਕਿਸੇ ਦਾ ਸਾਹਮਣਾ ਕਰਦੇ ਹੋ, ਸਪੈਸ਼ਲੀ ਇਨ ਦ ਕੇਸ ਆਫ ਐਨੀਮਲਸ, ਤੁਸੀਂ ਅਕਸਰ ਜਾਨਵਰਾਂ ਤੋਂ ਡਰ ਜਾਂਦੇ ਹੋ, ਪਰ ਇੱਕ ਸਾਈਕੋਲੋਜੀਕਲ ਫੈਕਟ ਤੁਹਾਨੂੰ ਦੱਸਦੀ ਹਾਂ ਕਿ ਅਗਰ ਤੁਸੀਂ ਜਾਨਵਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖੋਗੇ ਤਾਂ ਉਹ ਤੁਹਾਨੂੰ ਕੁਝ ਨਹੀਂ ਕਹੇਗਾ, ਕਿਉਂਕਿ ਜਾਨਵਰ ਕਦੀ ਵੀ ਸਾਨੂੰ ਕੁਝ ਕਹਿਣਾ ਨਹੀਂ ਚਾਹੁੰਦਾ, ਸਾਨੂੰ ਡਰਾਉਣਾ ਨਹੀਂ ਚਾਹੁੰਦਾ, ਉਹ ਤਾਂ ਸਾਡੇ ਤੋਂ ਡਰਦਾ ਹੈ। ਪਰ ਜਦੋਂ ਅਸੀਂ ਡਰਦੇ ਹਾਂ ਤਾਂ ਉਹਦਾ ਰਿਐਕਸ਼ਨ ਕੀ ਹੁੰਦਾ ਹੈ, ਉਹ ਸਾਡੇ ਪਿੱਛੇ ਭੱਜਦਾ ਹੈ, ਠੀਕ ਹੈ ਨਾ, ਉਹ ਸਾਨੂੰ ਹੋਰ ਡਰਾਉਂਦਾ ਹੈ। ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਡਰੇ ਹੋਏ ਹਾਂ, ਉਹ ਆਪਣੀ ਜਾਨ ਨੂੰ ਖਤਰਾ ਸਮਝ ਕੇ ਸਾਡੇ ਤੇ ਅਟੈਕ ਕਰਦਾ ਹੈ। ਠੀਕ ਇਸੇ ਤਰ੍ਹਾਂ ਮਨ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਭਾਵ ਜਿਹੜਾ ਕਿ ਸਾਨੂੰ ਇਹ ਲੱਗੇ ਕਿ ਸਾਨੂੰ ਇਹ ਸਾਡੇ ਤੋਂ ਨਹੀਂ ਹੋਏਗਾ, ਇਹ ਅਸੀਂ ਨਹੀਂ ਕਰ ਸਕਦੇ, ਜਾਂ ਇਹਨਾਂ ਦੇ ਬਿਨਾਂ ਮੈਂ ਕੀ ਕਰੂੰਗਾ, ਮੇਰੇ ਦੋਸਤ ਮੈਨੂੰ ਛੱਡ ਦੇਣਗੇ, ਮੈਂ ਕੀ ਕਰੂੰਗਾ, ਕੋਈ ਵੀ ਮੈਨੂੰ ਐਕਸੈਪਟ ਨਹੀਂ ਕਰੂਗਾ, ਮੈਂ ਕੀ ਕਰੂੰਗਾ। ਇਹ ਸਿਰਫ ਤੁਹਾਡੇ ਮਨ ਦੇ ਭਾਵ ਹਨ। ਆਪਣੇ ਆਪ ਤੇ ਵਿਸ਼ਵਾਸ ਰੱਖੋ, ਸਵੈ ਵਿਸ਼ਵਾਸ ਦੇ ਵਿੱਚ ਬੜੀ ਤਾਕਤ ਹੈ। ਇੱਕ ਵਾਰ ਬੱਚੇ ਆਪਣੇ ਆਪ ਤੇ ਵਿਸ਼ਵਾਸ ਕਰਕੇ ਦੇਖੋ, ਤੁਸੀਂ ਦੁਨੀਆ ਦਾ ਹਰ ਇੱਕ ਕੰਮ ਕਰ ਸਕਦੇ ਹੋ। ਪਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਦਿਮਾਗ ਦਿੱਤੇ ਹਨ, ਸਭ ਨੂੰ ਇੱਕੋ ਜਿਹੀਆਂ ਸ਼ਕਤੀਆਂ ਦਿੱਤੀਆਂ ਹਨ। ਹਾਂ, ਇੰਨਾ ਫਰਕ ਜ਼ਰੂਰ ਕੀਤਾ ਹੈ ਕਿ ਜੇ ਕੋਈ ਆਰਟਸ ਦੇ ਵਿੱਚ ਬਹੁਤ ਚੰਗਾ ਹੈ ਤਾਂ ਦੂਜਾ ਬੱਚਾ ਸਾਇੰਸ ਦੇ ਵਿੱਚ ਬਹੁਤ ਚੰਗਾ ਹੈ। ਜੇ ਕੋਈ ਬੱਚਾ ਬਹੁਤ ਅੱਛੀ ਪੇਂਟਿੰਗ ਕਰ ਲੈਂਦਾ ਹੈ ਤਾਂ ਦੂਜਾ ਬੱਚਾ ਹੋ ਸਕਦਾ ਬਹੁਤ ਅੱਛਾ ਡਰਮ ਵਜਾ ਲੈਂਦਾ ਹੋਏ। ਕੋਈ ਨਾ ਕੋਈ ਕਾਬਲੀਅਤ ਹਰੇਕ ਦੇ ਵਿੱਚ ਹੈ, ਕੋਈ ਸਪੋਰਟਸ ਦੇ ਵਿੱਚ ਅੱਛਾ ਹੈ, ਕੋਈ ਪੜ੍ਹਾਈ ਦੇ ਵਿੱਚ ਅੱਛਾ ਹੈ। ਤੇ ਤੁਹਾਡੇ ਟੀਚਰ ਜਿਹੜੇ ਹਨ ਉਹ ਜੌਹਰੀ ਹਨ, ਉਹਨਾਂ ਨੂੰ ਇਹਨਾਂ ਹੀਰਿਆਂ ਨੂੰ ਪਛਾਣਨਾ ਆਉਂਦਾ ਹੈ, ਉਹਨਾਂ ਨੂੰ ਤੁਹਾਡੀ ਪਛਾਣ ਕਰਨੀ ਆਉਂਦੀ ਹੈ। ਸੋ ਵੀ ਕੈਨ ਐਲੀਮੀਨੇਟ ਐਨੀ ਸੌਰਟ ਆਫ ਫੀਅਰ from the mind of the child with persistent effort। ਲਗਾਤਾਰ ਕੀਤੀ ਹੋਈ ਕੋਸ਼ਿਸ਼ ਨਾਲ ਅਸੀਂ ਬੱਚੇ ਦੇ ਦਿਲੋਂ ਦਿਮਾਗ ਚੋਂ ਹਰ ਕਿਸਮ ਦਾ ਡਰ ਬਾਹਰ ਕੱਢ ਸਕਦੇ ਹਾਂ ਤੇ ਸਾਡੇ ਬੱਚੇ ਸਫਲ ਇਨਸਾਨ ਬਣ ਕੇ ਸਕੂਲਾਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਨ। ਇਸ ਤਰੀਕੇ ਨਾਲ ਨਾ ਅਸੀਂ ਸਿਰਫ ਆਪਣਾ ਫਰਜ਼ ਨਿਭਾਉਂਦੇ ਹਾਂ ਸਾਥੀ ਹੋਣ ਦਾ ਜਾਂ ਅਧਿਆਪਕ ਹੋਣ ਦਾ, ਇਸ ਤਰੀਕੇ ਨਾਲ ਅਸੀਂ ਮਨੁੱਖ ਹੋਣ ਦਾ ਫਰਜ਼ ਵੀ ਨਿਭਾਉਂਦੇ ਹਾਂ ਤੇ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਸਫਲ ਬਣਾਉਂਦੇ ਹਾਂ। ਸੋ ਸਟੂਡੈਂਟਸ, ਕੀਪ ਇਨ ਮਾਈਂਡ ਵਨ ਥਿੰਗ, there is no fear. Fear exists only in your mind. It is just a perception. Don't be scared of anything. किसी चीज तो डरन दी लोड़ नहीं है। हिम्मत नाल हर चीज दा सामना करो। Nothing is impossible when you know how. Thank you.